हाँ जी, सत श्री अकाल जी साਰਿਆਂ ਨੂੰ। सो पंजाब मेरे भी ਤੁਹਾਡਾ बहुत-बहुत स्वागत ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ, ਜਿਵੇਂ ਕਿ ਟੁੱਟਦੇ ਹੋਏ ਤਾਰੇ ਤੋਂ ਵਿਸ਼ ਕਿਉਂ ਮੰਗੀ ਜਾਂਦੀ ਹੈ ਤੇ ਜਨਮ ਦਿਨ ਨੂੰ ਕੇਕ ਹੀ ਕਿਉਂ ਕੱਟਿਆ ਜਾਂਦਾ ਹੈ ਤੇ ਬੋਲੀ ਹਮੇਸ਼ਾ ਬਾਰੀ ਬਰਸੀ ਤੋਂ ਹੀ ਕਿਉਂ ਸ਼ੁਰੂ ਹੁੰਦੀ ਹੈ ਤੇ ਇਸੇ ਤਰ੍ਹਾਂ ਇੱਕ ਸਮਾਂ ਪਹਿਲਾਂ ਰੇਡੀਓ ਸੁਣਨ ਲਈ ਲਾਇਸੈਂਸ ਲੈਣਾ ਪੈਂਦਾ ਸੀ। ਜੇਕਰ ਤੁਸੀਂ ਲਾਇਸੈਂਸ ਨਹੀਂ ਲੈਂਦੇ ਤਾਂ ਉਸ ਸਮੇਂ ਜੇਲ੍ਹ ਵੀ ਹੋ ਜਾਂਦੀ ਸੀ। ਸੋ ਇਸ ਤਰ੍ਹਾਂ ਦੀਆਂ ਇੰਟਰਸਟਿੰਗ ਗੱਲਾਂ ਬਾਰੇ ਗੱਲ ਕਰਾਂਗੇ। ਸੋ ਵੀਡੀਓ ਨੂੰ ਲਾਸਟ ਤੱਕ ਜੇਕਰ ਤੁਸੀਂ ਦੇਖਦੇ ਹੋ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਸਕਦਾ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਵਿੱਚ ਕੋਈ ਵੀ ਕੋਰਟ ਕੇਸ ਕਈ ਸਾਲਾਂ ਤੱਕ ਚੱਲਦਾ ਹੈ ਤੇ ਬਹੁਤ ਸਾਰੇ ਕੇਸਾਂ ਵਿੱਚ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਇਸ ਬੰਦੇ ਨੂੰ ਤਾਂ ਫੜਦੇ ਸਾਰ ਹੀ ਫਾਂਸੀ ਦੇਣੀ ਚਾਹੀਦੀ ਹੈ ਤੇ ਇਹ ਅਕਸਰ ਸੈਂਸਿਟਿਵ ਕੇਸਾਂ ਵਿੱਚ ਦੇਖਣ ਨੂੰ ਮਿਲਦਾ ਹੈ, ਜਿਵੇਂ ਕਿ ਦਿੱਲੀ ਵਾਲੇ ਰੇਪ ਕੇਸ ਵਿੱਚ ਫੜੇ ਲੋਕ ਜਾਂ ਫਿਰ ਅਜ਼ਮਲ ਕਸਾਬ ਵਰਗੇ ਅੱਤਵਾਦੀ। ਸੋ ਇੱਥੇ ਲੋਕਾਂ ਦੇ ਜਜ਼ਬਾਤ ਭੜਕੇ ਹੁੰਦੇ ਨੇ, ਪਰ ਅਸਲ ਵਿੱਚ ਕੋਈ ਵੀ ਦੇਸ਼ ਮਿੰਟਾਂ ਸਕਿੰਟਾਂ ਵਿੱਚ ਕਿਸੇ ਲਈ ਕੋਈ ਫੈਸਲਾ ਨਹੀਂ ਸੁਣਾ ਸਕਦਾ, ਕਿਉਂਕਿ ਕਈ ਵਾਰ ਜੋ ਦਿਖਦਾ ਹੁੰਦਾ ਹੈ ਉਹ ਅਸਲ ਵਿੱਚ ਨਹੀਂ ਹੁੰਦਾ। ਸੋ ਬੇਸ਼ੱਕ ਕੋਈ ਕਿਸੇ ਤਰ੍ਹਾਂ ਦਾ ਵੀ ਅਪਰਾਧੀ ਹੋਵੇ, ਬੇਸ਼ੱਕ ਕਸਾਬ ਹੀ ਸੀ, ਉਸ ਨੂੰ ਵੀ ਕੋਰਟ ਵਿੱਚ ਵਕੀਲ ਦਿੱਤਾ ਜਾਂਦਾ ਹੈ। ਇਹ ਕਿਉਂ ਹੁੰਦਾ ਹੈ? ਅਸਲ ਵਿੱਚ ਕ੍ਰਿਮੀਨਲ ਨੂੰ ਵਕੀਲ ਦੇਣ ਦੀ ਜ਼ਰੂਰਤ ਇਸ ਕਰਕੇ ਪੈਂਦੀ ਹੈ ਕਿਉਂਕਿ ਪੂਰੀ ਦੁਨੀਆ ਵਿੱਚ ਇਹ ਸੰਦੇਸ਼ ਜਾਂਦਾ ਹੈ ਕਿ ਕੋਰਟ ਵਿੱਚ ਟ੍ਰਾਇਲ ਸਹੀ ਹੈ ਤੇ ਸੱਚੇ ਢੰਗ ਨਾਲ ਹੋਇਆ ਹੈ ਤੇ ਉਹ ਅਪਰਾਧੀ ਵੀ ਆਪਣੇ ਪੱਖ ਰੱਖ ਸਕਦਾ ਹੈ। ਪਰ ਜਿਹੜਾ ਸੱਚਾ ਅਪਰਾਧੀ ਹੋਇਆ ਤਾਂ ਉਸ ਦੇ ਪੱਖ ਕੰਮ ਹੀ ਨਹੀਂ ਕਰਨਗੇ। ਪਰ ਅਜਿਹਾ ਕਰਨ ਨਾਲ ਉਸ ਦੇਸ਼ ਨੂੰ ਵਰਲਡ ਲੈਵਲ ਤੇ ਹਿਊਮਨ ਰਾਈਟਸ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਤੁਹਾਨੂੰ ਦੱਸ ਦਈਏ ਕਿ ਕਸਾਬ ਤੇ 2008 ਤੋਂ 2012 ਤੱਕ 31 ਕਰੋੜ ਦਾ ਖਰਚਾ ਕੀਤਾ ਗਿਆ ਸੀ। ਉਸ ਉੱਤੇ ਟੈਰਰਿਜ਼ਮ ਦੇ ਕਈ ਸਾਰੇ ਕੇਸ ਲਾਏ ਗਏ ਤੇ ਇਹਨਾਂ ਵਿੱਚ ਇੱਕ ਕੇਸ ਸੀ ਪਲੇਟਫਾਰਮ ਦੀ ਟਿਕਟ ਨਾ ਲੈਣਾ। ਮਤਲਬ ਮੁੰਬਈ ਦੇ CST ਸਟੇਸ਼ਨ ਤੇ ਜਦੋਂ ਕਸਾਬ ਗਿਆ ਫਾਇਰਿੰਗ ਕਰਨ ਲਈ ਤਾਂ ਉਸ ਨੇ ਬਿਨਾਂ ਪਲੇਟਫਾਰਮ ਟਿਕਟ ਤੋਂ ਪਲੇਟਫਾਰਮ ਤੇ ਐਂਟਰੀ ਕੀਤੀ। ਸੋ ਇੱਥੇ ਸਰਕਾਰ ਦਾ ਕਹਿਣਾ ਸੀ ਕਿ ਬੇਸ਼ੱਕ ਬੰਦਾ ਕੁਝ ਵੀ ਕਰਨ ਪਲੇਟਫਾਰਮ ਤੇ ਜਾਵੇ, ਪਰ ਪਲੇਟਫਾਰਮ ਤੇ ਜਾਣ ਲਈ ਉਸ ਨੂੰ ਪਹਿਲਾਂ 10 ਰੁਪਏ ਦੀ ਟਿਕਟ ਜ਼ਰੂਰ ਲੈਣੀ ਚਾਹੀਦੀ ਸੀ। ਪਰ ਹੁਣ ਜਿਹੜੇ ਬੰਦੇ ਨੇ ਮਰਨ ਜਾਂ ਮਾਰਨ ਜਾਣਾ ਹੈ ਉਹ ਟਿਕਟ ਥੋੜ੍ਹਾ ਲਵੇਗਾ। ਸੋ ਬੇਸ਼ੱਕ ਇਹ ਰੂਲ ਰੈਗੂਲੇਸ਼ਨ ਦੇਖ ਕੇ ਕੇਸ ਪਾਇਆ ਗਿਆ ਸੀ, ਪਰ ਲੋਕਾਂ ਭਾਵੇਂ ਇਹ ਹਾਸੋਹੀਣਾ ਕੇਸ ਹੀ ਸੀ। ਸੋ ਅੱਗੇ ਗੱਲ ਕਰਦੇ ਹਾਂ, ਸਟੈਥੋਸਕੋਪ ਦੀ ਵਰਤੋਂ ਡਾਕਟਰ ਸਰੀਰ ਦੀ ਜਾਂਚ ਕਰਨ ਲਈ ਕਰਦੇ ਨੇ ਤੇ ਇਹ ਡਾਕਟਰਾਂ ਲਈ ਬਹੁਤ ਜ਼ਰੂਰੀ ਵੀ ਹੁੰਦਾ ਹੈ। ਸਟੈਥੋਸਕੋਪ ਤੋਂ ਪਹਿਲਾਂ ਡਾਕਟਰ ਕੁਝ ਇਸ ਤਰ੍ਹਾਂ ਬੰਦੇ ਜਾਂ ਔਰਤ ਦੇ ਸਰੀਰ ਨਾਲ ਕੰਨ ਲਾ ਕੇ ਜਾਂਚ ਕਰਦੇ ਸੀ, ਪਰ ਫਿਰ 1816 ਵਿੱਚ ਰੈਨੀ ਲੈਨਿਕ ਨਾਮ ਦੇ ਫਿਜ਼ੀਸ਼ੀਅਨ ਨੇ ਸਟੈਥੋਸਕੋਪ ਦੀ ਖੋਜ ਕੀਤੀ। ਇਸ ਖੋਜ ਨੇ ਮੈਡੀਕਲ ਦੀ ਦੁਨੀਆ ਵਿੱਚ ਬਹੁਤ ਵੱਡਾ ਪ੍ਰਭਾਵ ਪਾਇਆ ਹੈ। ਇਹ ਬੰਦਾ ਇੱਕ ਬੱਚੇ ਤੋਂ ਇਨਸਪਾਇਰ ਹੋਇਆ ਸੀ ਜੋ ਲੱਕੜ ਦੇ ਖੋਖਲੇ ਹਿੱਸੇ ਨਾਲ ਕੰਧ ਤੋਂ ਆਰ-ਪਾਰ ਸੁਣ ਰਿਹਾ ਸੀ। ਇਸ ਤੋਂ ਬਾਅਦ ਇਸ ਨੇ ਵੀ ਲੱਕੜ ਤੋਂ ਹੀ ਪਹਿਲਾਂ ਸਟੈਥੋਸਕੋਪ ਬਣਾਇਆ, ਜੋ ਬਾਅਦ ਵਿੱਚ ਅੱਜ ਦੇ ਸਮੇਂ ਬਹੁਤ ਤਰੱਕੀ ਕਰ ਗਿਆ ਤੇ ਹੁਣ ਤੱਕ ਇਸ ਦਾ ਕੋਈ ਹੋਰ ਵਰਜ਼ਨ ਨਹੀਂ ਆਇਆ, ਪਰ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਇਸ ਨੂੰ ਇਲੈਕਟ੍ਰੋਨਿਕ ਬਣਾ ਦਿੱਤਾ ਜਾਵੇ। ਪਰ ਕਾਫੀ ਸਾਲਾਂ ਤੱਕ ਡਾਕਟਰਾਂ ਨੇ ਇਸ ਦੀ ਖੋਜ ਨੂੰ ਸਾਫ਼ ਨਾ ਕੀਤਾ ਕਿਉਂਕਿ ਉਹ ਔਰਤ ਦੇ ਸਰੀਰ ਨਾਲ ਕੰਨ ਲਾ ਕੇ ਜਾਂਚ ਕਰਨ ਦੇ ਪੱਖ ਵਿੱਚ ਸੀ। ਸੋ ਅੱਗੇ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਅੱਜ ਵੀ ਟੁੱਟਦੇ ਤਾਰੇ ਨੂੰ ਦੇਖ ਕੇ ਉਸ ਤੋਂ ਵਿਸ਼ ਮੰਗਦੇ ਨੇ, ਪਰ ਇਸ ਦਾ ਅਰਥ ਹਲੇ ਵੀ ਕਿਸੇ ਨੂੰ ਨਹੀਂ ਪਤਾ ਹੋਵੇਗਾ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ। ਸੋ ਇਹ ਅੰਧ ਵਿਸ਼ਵਾਸ ਅਸਲ ਵਿੱਚ ਬਹੁਤ ਪੁਰਾਣਾ ਹੈ। ਇਸ ਦਾ ਸੰਬੰਧ ਪਹਿਲੀ ਸ਼ਤਾਬਦੀ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਲੋਕਾਂ ਦਾ ਮੰਨਣਾ ਸੀ ਕਿ ਆਕਾਸ਼ ਵਿੱਚ ਬੈਠੇ ਦੇਵੀ ਦੇਵਤੇ ਟੁੱਟਦੇ ਤਾਰੇ ਪਰ ਬੈਠ ਕੇ ਜ਼ਮੀਨ ਪਰ ਉਤਰਦੇ ਨੇ। ਇਸ ਤਰ੍ਹਾਂ ਇਹ ਵਿਸ਼ ਮੰਗਣ ਤੇ ਉਹ ਸਾਡੀ ਇੱਛਾ ਪੂਰੀ ਕਰਦੇ ਨੇ। ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਹ ਤੁਹਾਨੂੰ ਕੀ ਜੋੜੇਗਾ ਜਾਂ ਤੁਹਾਡੀ ਕੀ ਵਿਸ਼ ਪੂਰੀ ਕਰ ਸਕਦਾ ਹੈ। ਪਰ ਫਿਰ ਵੀ ਲੋਕਾਂ ਦੇ ਆਪਣੇ ਹਿਸਾਬ ਕਿਤਾਬ ਹੁੰਦੇ ਨੇ। ਜੇ ਕਿਸੇ ਨੂੰ ਕਿਸੇ ਚੀਜ਼ ਨਾਲ ਪੋਜ਼ਿਟਿਵ ਵਾਈਬ ਆ ਰਹੀ ਹੈ ਤਾਂ ਠੀਕ ਹੈ। ਸੋ ਅੱਗੇ ਗੱਲ ਕਰਦੇ ਹਾਂ, ਦੁਨੀਆ ਵਿੱਚ ਬਹੁਤ ਸਾਰੀਆਂ ਅਜੀਬੋ ਗਰੀਬ ਥਾਵਾਂ ਨੇ। ਇਹਨਾਂ ਥਾਵਾਂ ਵਿੱਚੋਂ ਇੱਕ ਬ੍ਰਿਟੇਨ ਦਾ ਹਾਰਟਫੋਰਡ ਸ਼ਹਿਰ ਹੈ, ਜਿਸ ਵਿੱਚ ਇੱਕ ਸਪੀਲ ਪਲਾਟਸ ਨਾਮ ਦਾ ਪਿੰਡ ਹੈ ਜਿੱਥੋਂ ਦੇ ਲੋਕ ਬਿਨਾਂ ਕੱਪੜਿਆਂ ਤੋਂ ਰਹਿੰਦੇ ਨੇ ਤੇ ਪਿਛਲੇ 85 ਸਾਲਾਂ ਤੋਂ ਕੋਈ ਵੀ ਇੱਥੇ ਕੱਪੜੇ ਨਹੀਂ ਪਾਉਂਦਾ, ਬੇਸ਼ੱਕ ਉਹ ਮਰਦ ਹੋਵੇ ਜਾਂ ਔਰਤ। ਹਾਂ, ਜੇ ਕਿਸੇ ਨੇ ਇਸ ਪਿੰਡ ਤੋਂ ਬਾਹਰ ਜਾਣਾ ਹੋਵੇ ਜਾਂ ਇੱਥੇ ਠੰਡ ਪੈਂਦੀ ਹੈ ਤਾਂ ਇਹ ਲੋਕ ਕੱਪੜੇ ਪਾਉਂਦੇ ਨੇ, ਪਰ ਉਂਝ ਇਹ ਨਵ ਬਸਤਰ ਹੀ ਰਹਿੰਦੇ ਨੇ ਤੇ ਇਸ ਤਰ੍ਹਾਂ ਕਰਨ ਤੇ ਉਹ ਅਨਕੰਫਰਟ ਵੀ ਮਹਿਸੂਸ ਨਹੀਂ ਕਰਦੇ। ਤੇ ਇਹ ਵੀ ਕੋਈ ਗੱਲ ਨਹੀਂ ਕਿ ਉਹਨਾਂ ਕੋਲ ਕੱਪੜੇ ਨਹੀਂ ਹੈ ਤੇ ਜਾਂ ਫਿਰ ਉਹ ਗਰੀਬ ਜਾਂ ਅਨਪੜ੍ਹ ਨੇ। ਅਸਲ ਵਿੱਚ ਇਹ ਇੱਕ ਪਰੰਪਰਾ ਕਾਰਨ ਕਰਦੇ ਨੇ ਜੋ ਇਹਨਾਂ ਦੇ ਪੁਰਾਣੇ ਬਜ਼ੁਰਗਾਂ ਨੇ ਚਲਾਈ ਸੀ ਕਿ ਰੱਬ ਨੇ ਸਾਨੂੰ ਬਿਨਾਂ ਕੱਪੜਿਆਂ ਤੋਂ ਭੇਜਿਆ ਹੈ ਤੇ ਇਸ ਕਰਕੇ ਇਹ ਕੱਪੜੇ ਨਹੀਂ ਪਾਉਂਦੇ, ਵੀ ਜਿਵੇਂ ਉਸਨੇ ਭੇਜਿਆ ਅਸੀਂ ਉਵੇਂ ਹੀ ਰਹਾਂਗੇ। ਪਰ ਜੇ ਕੋਈ ਕੱਪੜੇ ਪਾਉਣਾ ਚਾਹੇ ਤਾਂ ਇਹਨਾਂ ਨੂੰ ਕੋਈ ਤਕਲੀਫ ਵੀ ਨਹੀਂ ਹੈ। ਸੋ ਅੱਗੇ ਗੱਲ ਕਰਦੇ ਹਾਂ ਕਿ ਜਨਮ ਦਿਨ ਨੂੰ ਕੇਕ ਹੀ ਕਿਉਂ ਕੱਟਿਆ ਜਾਂਦਾ ਹੈ। ਅਸੀਂ ਹਰ ਸਾਲ ਆਪਣੇ ਜਨਮ ਦਿਨ ਮਨਾਉਂਦੇ ਹਾਂ ਤੇ ਬਹੁਤ ਸਾਰੇ ਲੋਕ ਵੱਡੀਆਂ ਵੱਡੀਆਂ ਪਾਰਟੀਆਂ ਵੀ ਕਰਦੇ ਨੇ।
ਉੱਥੇ ਵੀ ਕੇਕ ਕੱਟਿਆ ਜਾਂਦਾ ਹੈ, ਉਹ ਵੀ ਉੱਤੇ ਮੋਮਬੱਤੀਆਂ ਲਾ ਕੇ। ਪਰ ਇਹ ਕਿਉਂ ਕੀਤਾ ਜਾਂਦਾ ਹੈ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ, ਕਿਉਂਕਿ ਸਾਰੇ ਕਰਦੇ ਨੇ ਤਾਂ ਅਸੀਂ ਵੀ ਕਰ ਰਹੇ ਹਾਂ। ਅਸਲ ਵਿੱਚ ਇਹ ਰਿਵਾਜ ਪੁਰਾਣੇ ਸਮੇਂ ਵਿੱਚ ਗ੍ਰੀਕ ਲੋਕਾਂ ਨੇ ਸ਼ੁਰੂ ਕੀਤਾ ਸੀ, ਜਦੋਂ ਉਹ ਆਪਣੇ ਜਨਮ ਦਿਨ ਉੱਤੇ ਚੰਦਰਮਾ ਦੀ ਪੂਜਾ ਕਰਦੇ ਸੀ ਤੇ ਉਹਨਾਂ ਦੇ ਪੂਜਾ ਕਰਨ ਦਾ ਤਰੀਕਾ ਹੁੰਦਾ ਸੀ ਬ੍ਰੈਡ ਤੇ ਕਰੀਮ ਤੋਂ ਬਣਿਆ ਗੋਲ ਕੇਕ ਜੋ ਚੰਦਰਮਾ ਨੂੰ ਦਰਸਾਉਂਦਾ ਸੀ ਤੇ ਉਸ ਤੇ ਲੱਗੀਆਂ ਮੋਮਬੱਤੀਆਂ ਚੰਦਰਮਾ ਦੇ ਚਾਨਣੇ ਨੂੰ ਦਰਸਾਉਂਦੀਆਂ ਸੀ ਤੇ ਉੱਥੇ ਖੜੇ ਬਾਕੀ ਲੋਕ ਜਨਮ ਦਿਨ ਵਾਲੇ ਮੁੰਡੇ ਲਈ ਪ੍ਰਾਰਥਨਾ ਕਰਦੇ ਤੇ ਮੋਮਬੱਤੀ ਇਸ ਲਈ ਬੁਝਾਈ ਜਾਂਦੀ ਸੀ ਕਿ ਮੋਮਬੱਤੀ ਦਾ ਧੂਆਂ ਉੱਤੇ ਵੱਲ ਨੂੰ ਜਾਂਦਾ, ਜੋ ਸੰਕੇਤ ਦਿੰਦਾ ਕਿ ਉਹਨਾਂ ਦੀਆਂ ਦੁਆਵਾਂ ਉੱਪਰ ਵੱਲ ਨੂੰ ਗਈਆਂ ਨੇ, ਜਾਂ ਕਹਿ ਲਓ ਕਿ ਉਸ ਦੀ ਉਮਰ ਹੋਰ ਲੰਬੀ ਹੋ ਗਈ ਹੈ। ਸੋ ਉਹਨਾਂ ਦੇ ਆਪਣੇ ਆਪਣੇ ਸੁਝਾਅ ਸੀ। ਪਰ ਅੱਜ ਕੱਲ ਜ਼ਿਆਦਾਤਰ ਸਾਡੀਆਂ ਖੁਸ਼ੀਆਂ ਵਿੱਚ ਕੇਕ ਰਿਵਾਜ ਤੇ ਫੈਸ਼ਨ ਬਣ ਚੁੱਕਿਆ ਹੈ ਤੇ ਇੱਕ ਵੱਡੀ ਇੰਡਸਟਰੀ ਵੀ। ਸੋ ਅੱਗੇ ਗੱਲ ਕਰਦੇ ਹਾਂ, ਜਿਵੇਂ ਕਿ ਜ਼ਿਆਦਾਤਰ ਪੰਜਾਬੀਆਂ ਦੇ ਵਿਆਹਾਂ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਨੇ ਤੇ ਇਹ ਬੋਲੀਆਂ ਹਮੇਸ਼ਾ ਬਾਰੀ ਬਰਸੀ ਤੋਂ ਸ਼ੁਰੂ ਹੁੰਦੀਆਂ ਨੇ। ਇਸ ਦਾ ਮਤਲਬ ਕੀ ਹੈ, ਇਸ ਬਾਰੇ ਗੱਲ ਕਰਦੇ ਹਾਂ ਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ ਸੀ। ਅਸਲ ਵਿੱਚ ਬਾਰੀ ਬਰਸੀ ਦਾ ਮਤਲਬ ਹੈ, ਬਾਰੀ 12 ਨੂੰ ਕਿਹਾ ਗਿਆ ਹੈ ਤੇ ਬਰਸੀ ਮਤਲਬ ਸਾਲ, ਮਤਲਬ 12 ਸਾਲ ਜੇਕਰ ਕੋਈ ਬਾਹਰ ਜਾ ਕੇ ਕੰਮ ਕਰਦਾ ਸੀ ਤੇ 12 ਬਰਸ ਕੰਮ ਕਰਨ ਤੋਂ ਬਾਅਦ ਉਹ ਕੀ ਖੱਟ ਕੇ ਲਿਆਇਆ ਹੈ। ਤੇ ਕਿਹਾ ਇਹ ਵੀ ਜਾਂਦਾ ਕਿ ਪਹਿਲੇ ਸਮਿਆਂ ਵਿੱਚ ਕਈ ਲੋਕ ਭਗਤੀ ਕਰਨ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਂਦੇ ਸੀ, ਪਰ ਜਦੋਂ 12 ਸਾਲ ਬਾਅਦ ਖਾਲੀ ਹੱਥ ਵਾਪਸ ਆਉਂਦੇ ਸੀ ਤਾਂ ਪਿੰਡ ਦੇ ਲੋਕ ਬੋਲੀਆਂ ਵਿੱਚ ਮਿਹਣੇ ਮਾਰਦੇ ਸੀ ਕਿ ਤੂੰ 12 ਸਾਲ ਘਰ-ਬਾਰ ਤਿਆਗ ਕੇ ਕੀ ਖੱਟਿਆ ਹੈ, ਜੋ ਅੱਜ ਕੱਲ ਬਣ ਗਿਆ ਬਾਰੀ ਬਰਸੀ ਖੱਟਣ ਗਿਆ ਸੀ, ਕੀ ਖੱਟ ਲਿਆਂਦਾ। ਸੋ ਇੱਥੋਂ ਹੀ ਬੋਲੀਆਂ ਵਿੱਚ ਬਾਰੀ ਬਰਸੀ ਕਹਿਣ ਦਾ ਆਰੰਭ ਹੋਇਆ ਹੈ। ਜਿਵੇਂ ਕਿ ਹੁਣ ਮੌਜੂਦਾ ਸਮੇਂ ਵਿੱਚ ਬੋਲੀ ਬਣਦੀ ਹੈ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਜ਼ੈਲ, ਜਿਹੜਾ ਹੁਣੇ ਲਾਈਕ ਕਮੈਂਟ ਸ਼ੇਅਰ ਨਾ ਕਰੇ ਉਹਦਾ ਖਰਾਬ ਹੋ ਜੇ ਮੋਬਾਈਲ। ਸੋ ਅੱਗੇ ਗੱਲ ਕਰਦੇ ਹਾਂ, ਇੰਡੀਆ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਸਾਨੂੰ ਰੇਡੀਓ ਸੁਣਨ ਲਈ ਲਾਇਸੈਂਸ ਲੈਣਾ ਪੈਂਦਾ ਸੀ। ਅੱਜ ਅਸੀਂ ਕਿਤੇ ਵੀ ਕਦੇ ਵੀ ਬੈਠ ਕੇ ਰੇਡੀਓ ਸੁਣ ਸਕਦੇ ਹਾਂ। ਰੇਡੀਓ ਤਾਂ ਕਿ ਉਸ ਤੋਂ 4 ਗੁਣਾ ਵੱਡੀ ਚੀਜ਼ ਇੰਟਰਨੈਟ ਚਲਾ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ ਕਿਤੇ ਵੀ ਬੈਠ ਕੇ। ਪਰ ਉਸ ਸਮੇਂ ਜੇਕਰ ਅਸੀਂ ਰੇਡੀਓ ਬਿਨਾਂ ਲਾਇਸੈਂਸ ਤੋਂ ਸੁਣਦੇ ਹੁੰਦੇ ਤਾਂ ਸਾਨੂੰ ਜੇਲ੍ਹ ਹੋ ਸਕਦੀ ਸੀ, ਜਦ ਕਿ ਅੱਜ ਦੇ ਸਮੇਂ ਰੇਡੀਓ ਕਿਤੇ ਤੂੜੀ ਵਾਲੇ ਕਮਰਿਆਂ ਵਿੱਚ ਰੁਲਦੇ ਫਿਰਦੇ ਨੇ। ਸੋ ਉਸ ਸਮੇਂ ਰੇਡੀਓ ਦੀ ਇੰਨੀ ਵੈਲਿਊ ਸੀ ਕਿ ਲੋਕ ਦਾਜ ਵਿੱਚ ਰੇਡੀਓ ਦਿੰਦੇ ਸੀ। ਸੋ ਤੁਹਾਨੂੰ ਟਵਿੱਟਰ ਤੇ ਅਜਿਹੀਆਂ ਪੋਸਟਾਂ ਦੇਖਣ ਨੂੰ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਲੋਕਾਂ ਨੇ ਬੀਤੇ ਜ਼ਮਾਨੇ ਦੇ ਰੇਡੀਓ ਲਾਇਸੈਂਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹੋਈਆਂ ਨੇ। ਸੋ ਇਹ ਲਾਇਸੈਂਸ ਬਿਲਕੁਲ ਉਵੇਂ ਹੀ ਬਣਾਇਆ ਜਾਂਦਾ ਸੀ ਜਿਵੇਂ ਅੱਜ ਦੇ ਸਮੇਂ ਵਾਹਨ ਚਲਾਉਣ ਲਈ ਲਾਇਸੈਂਸ ਲੈਣਾ ਪੈਂਦਾ ਹੈ। ਇਹ ਲਾਇਸੈਂਸ ਭਾਰਤੀ ਡਾਕ ਵਿਭਾਗ ਭਾਰਤੀ ਤਾਰ ਐਕਟ 1885 ਦੇ ਅਧੀਨ ਜਾਰੀ ਕਰਦਾ ਸੀ ਤੇ ਹੋਰ ਤਾਂ ਹੋਰ ਹੁਣ ਇਹ ਲਾਇਸੈਂਸ ਅੱਗੇ ਹੋਰ ਵੀ 2 ਤਰ੍ਹਾਂ ਦਾ ਹੁੰਦਾ ਸੀ, ਇੱਕ ਤਾਂ ਡੋਮੈਸਟਿਕ ਤੇ ਦੂਜਾ ਕਮਰਸ਼ੀਅਲ। ਜੇਕਰ ਤੁਸੀਂ ਘਰ ਬੈਠ ਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਡੋਮੈਸਟਿਕ ਲਾਇਸੈਂਸ ਲੈਣਾ ਪਵੇਗਾ। ਜੇਕਰ ਸਮੂਹਿਕ ਰੂਪ ਨਾਲ ਰੇਡੀਓ ਪ੍ਰੋਗਰਾਮਾਂ ਨੂੰ ਸੁਣਨਾ ਜਾਂ ਸੁਣਨਾ ਚਾਹੁੰਦੇ ਹੋ ਤਾਂ ਕਮਰਸ਼ੀਅਲ ਲਾਇਸੈਂਸ ਲੈਣਾ ਪਵੇਗਾ। ਹਰ ਸਾਲ ਇਹ ਲਾਇਸੈਂਸ ਰੀਨਿਊ ਵੀ ਕਰਵਾਉਣੇ ਪੈਂਦੇ ਸੀ ਤੇ ਲਾਇਸੈਂਸ ਬਿਨਾਂ ਰੇਡੀਓ ਸੁਣਨਾ ਅਪਰਾਧ ਹੁੰਦਾ ਸੀ। ਮਾਮਲਾ ਸਿਰਫ ਇੰਨਾ ਹੀ ਨਹੀਂ, ਜੇਕਰ ਲਾਇਸੈਂਸ ਬਿਨਾਂ ਬਣਾਏ ਕੋਈ ਰੇਡੀਓ ਸੁਣਦਾ ਪਾਇਆ ਗਿਆ ਤਾਂ ਇਹ ਅਪਰਾਧੀ ਦੀ ਸ਼੍ਰੇਣੀ ਵਿੱਚ ਆਉਂਦਾ ਸੀ ਤੇ ਇਸ ਵਿੱਚ ਮੁਲਜ਼ਮ ਨੂੰ ਵਾਇਰਲੈਸ ਟੈਲੀਗ੍ਰਾਫੀ ਐਕਟ 1933 ਦੇ ਅਧੀਨ ਸਜ਼ਾ ਦੇਣ ਦਾ ਕਾਨੂੰਨ ਵੀ ਸੀ। ਹਾਲਾਂਕਿ ਹੌਲੀ-ਹੌਲੀ ਮਨੋਰੰਜਨ ਦੇ ਦੂਸਰੇ ਸਾਧਨ ਵਧਣ ਤੇ ਟੀਵੀ ਆਉਣ ਤੋਂ ਬਾਅਦ ਇਹ ਲਾਇਸੈਂਸ ਦਾ ਨਿਯਮ ਹਟਾ ਦਿੱਤਾ ਗਿਆ, ਕਿਉਂਕਿ ਹੁਣ ਰੇਡੀਓ ਦੀ ਹੋਂਦ ਨੂੰ ਬਚਾਉਣ ਦਾ ਸਵਾਲ ਸੀ ਤੇ ਸਰਕਾਰ ਨੇ 1980 ਤੋਂ ਬਾਅਦ ਲਾਇਸੈਂਸ ਦਾ ਨਿਯਮ ਖਤਮ ਕਰ ਦਿੱਤਾ। ਸੋ ਅੱਗੇ ਗੱਲ ਕਰਦੇ ਹਾਂ, ਨੌਸ਼ਾਦ ਅਲੀ ਇੰਡੀਅਨ ਮਿਊਜ਼ਿਕ ਡਾਇਰੈਕਟਰ ਸੀ ਜਿਨੇ 1950 ਤੋਂ 1970 ਤੱਕ ਕਈ 100 ਹਿੱਟ ਗੀਤ ਇੰਡਸਟਰੀ ਨੂੰ ਦਿੱਤੇ। ਇਹਨਾਂ ਦਾ ਇੱਕ ਕਿੱਸਾ ਹੈ ਕਿ ਜਦੋਂ ਇਹ ਸਟਰਗਲ ਕਰ ਰਹੇ ਸੀ ਉਸ ਸਮੇਂ ਇੱਕ ਛੋਟੇ ਜਿਹੇ ਕਮਰੇ ਵਿੱਚ ਮੁੰਬਈ ਵਿੱਚ ਰਹਿੰਦੇ ਸੀ ਤੇ ਇਹਨਾਂ ਦੇ ਉਹ ਕਮਰੇ ਦੇ ਸਾਹਮਣੇ ਹੋਟਲ ਸੀ ਟਰਾਈਡੈਂਟ, ਜਿੱਥੇ ਅਕਸਰ ਵੱਡੇ ਸਿਤਾਰੇ ਆਉਂਦੇ ਜਾਂਦੇ ਰਹਿੰਦੇ ਤੇ ਇਹ ਉਹਨਾਂ ਸਿਤਾਰਿਆਂ ਨੂੰ ਆਪਣੇ ਕਮਰੇ ਚੋਂ ਦੇਖਦੇ ਰਹਿੰਦੇ ਸੀ ਤੇ 1950 ਦੇ ਕਰੀਬ ਰਿਲੀਜ਼ ਹੋਈ ਫਿਲਮ ਮੇਲਾ ਵਿੱਚ ਇਹਨਾਂ ਦੇ ਗੀਤ ਆਏ ਤੇ ਉਹ ਫਿਲਮ ਹਿੱਟ ਵੀ ਹੋ ਗਈ ਤੇ ਇਹਨਾਂ ਦੇ ਗੀਤ ਬਹੁਤ ਚੱਲੇ। ਫਿਲਮ ਦੀ ਸਕਸੈਸ ਪਾਰਟੀ ਉਸੇ ਹੋਟਲ ਵਿੱਚ ਰੱਖੀ ਗਈ ਜਿਹੜੇ ਹੋਟਲ ਸਾਹਮਣੇ ਨਿਸ਼ਾਦ ਸਾਹਿਬ ਦਾ ਕਮਰਾ ਸੀ ਤੇ ਉਹਨਾਂ ਦੇ ਕਮਰੇ ਤੋਂ ਸਿਰਫ ਇਹ 1-2 ਮਿੰਟ ਦੀ ਦੂਰੀ ਤੇ ਸੀ। ਉੱਥੇ ਹੀ ਦਲੀਪ ਕੁਮਾਰ ਨੂੰ ਨਿਸ਼ਾਦ ਜਾ ਕੇ ਮਿਲੇ ਤਾਂ ਦਲੀਪ ਕੁਮਾਰ ਨੇ ਨਿਸ਼ਾਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਤਾਂ 2 ਮਿੰਟ ਵਿੱਚ ਹੀ ਇੱਥੇ ਪਹੁੰਚ ਗਏ। ਤਾਂ ਨਿਸ਼ਾਦ ਨੇ ਕਿਹਾ ਕਿ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਇਹ 2 ਮਿੰਟ ਦੇ ਰਾਸਤੇ ਨੂੰ ਤੈਅ ਕਰਨ ਲਈ ਮੈਨੂੰ 8 ਸਾਲ ਲੱਗ ਗਏ। ਸੋ ਇਹ ਗੱਲ ਉਸੇ ਤਰ੍ਹਾਂ ਜਿਵੇਂ ਇੱਕ ਰਿਪੋਰਟਰ ਨੇ ਕਿਸੇ ਸਫਲ ਬੰਦੇ ਨੂੰ ਪੁੱਛਿਆ ਸੀ ਕਿ ਤੁਸੀਂ ਰਾਤੋਂ ਰਾਤ ਸਟਾਰ ਬਣ ਗਏ ਹੋ, ਤੁਹਾਡਾ ਕੀ ਸੋਚਣਾ ਹੈ ਤੇ ਕੀ ਕਹਿਣਾ ਹੈ। ਤਾਂ ਉਸ ਬੰਦੇ ਦਾ ਜਵਾਬ ਸੀ ਕਿ ਮੈਂ ਬੇਸ਼ੱਕ ਤੁਹਾਡੇ ਲਈ ਰਾਤੋਂ ਰਾਤ ਸਟਾਰ ਬਣਿਆ ਹੈ, ਪਰ ਇਹ ਰਾਤ ਕਿੰਨੀ ਲੰਬੀ ਸੀ
ਇਸ ਬਾਰੇ ਤੁਹਾਨੂੰ ਨਹੀਂ ਪਤਾ। ਸੋ ਕਹਿਣ ਦਾ ਭਾਵ ਕਿ ਹਰ ਇੱਕ ਬੰਦੇ ਨੂੰ ਮਜ਼ਾਕ ਕਰਨ ਤੋਂ ਪਹਿਲਾਂ ਥੋੜਾ ਉਸ ਦਾ ਪਿਛੋਕੜ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਉਸਨੇ ਪਹਿਲਾਂ ਇਸ ਚੀਜ਼ ਤੱਕ ਪਹੁੰਚਣ ਲਈ ਕਿੰਨਾ ਕੁ ਸਟਰਗਲ ਕੀਤਾ ਏ। ਸੋ ਇਹਨਾਂ ਵਿੱਚੋਂ ਤੁਹਾਨੂੰ ਕਿਹੜਾ ਫੈਕਟ ਵਧੀਆ ਲੱਗਿਆ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਜੇਕਰ ਤੁਹਾਡੇ ਕੋਲ ਕੋਈ ਅਜਿਹੀ ਪਾਵਰ ਆ ਜੇ ਕਿ ਤੁਸੀਂ ਟਾਈਮ ਟਰੈਵਲ ਕਰਕੇ ਪਿਛਲੇ ਸਮੇਂ ਵਿੱਚ ਜਾ ਸਕੋ ਤਾਂ ਤੁਸੀਂ ਕਿਸ ਸਾਲ ਵਿੱਚ ਜਾਓਗੇ ਤੇ ਕਿਉਂ ਜਾਣਾ ਚਾਹੋਗੇ, ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਡੇ ਬਹੁਤ ਹੀ ਕਮਾਲ ਦੇ ਤੇ ਇੰਟਰਸਟਿੰਗ ਕਮੈਂਟ ਪੜ੍ਹਨ ਲਈ ਅਸੀਂ ਤਿਆਰ ਬੈਠੇ ਹਾਂ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਜ਼ਰੂਰ ਕਰ ਲਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।